और देखिए आजकल जो हमारी सड़कें बनती हैं, हम कई बार लोगों को कह चुके हैं कि आप अवेयर हो जाओ, आप जागरूक हो जाओ। जो आपके घरों के आगे सड़कें बनती हैं उसमें बहुत घपलेबाजी है। लेकिन अब जो कॉन्ट्रैक्टर हैं वो दोष लगा रहे हैं नगर निगम वालों पर कि ये जो हमारे को काम नहीं करने देते, इसमें से हिस्सा मांगते हैं। और जो नगर निगम वाले हैं, अफसर लोग हैं, वो कहते हैं कि ये झूठ बोल रहे हैं, ये घटिया क्वालिटी का जो मटेरियल यूज करते हैं। देखिए हम सबसे पहले आपको दिखाते हैं कि जो कॉन्ट्रैक्टर हैं वो क्या कह रहे हैं नगर निगम के खिलाफ। देखिए ये जो अभी इन्होंने प्रेस कॉन्फ्रेंस की है उसमें ये जो कॉन्ट्रैक्टर हैं, ठेकेदार हैं, उस पर जाने के नगर निगम पर, उसके अफसरों पर और नगर निगम के काउंसलर जो हैं उन पर दोष लगा रहे हैं। और देखिए ये क्या कहते हैं। और देखिए अभी आपने देखा कि ये जो कॉन्ट्रैक्टर थे इन्होंने नगर निगम पर दोष लगाया। और अब हम आपको दिखाते हैं कि मेयर साहब, कमिश्नर साहब क्या कहते हैं और जो ये सड़कें बनती हैं कॉन्ट्रैक्टर उसमें क्या घपलेबाजी करते हैं, और ये कॉन्ट्रैक्टर कौन है और इनकी जो एसोसिएशन कौन है, और ये कैसा घटिया मटेरियल यूज करते हैं। कमिश्नर साहब कहते हैं कि हम बिल्कुल भी क्वालिटी से समझौता नहीं करेंगे। और अलग अलग दोस्त जाने के कॉन्ट्रैक्टर कहते हैं कि ये टेंडर वगैरह लगते हैं तो अपने चहेतों को देते हैं, लेकिन नगर निगम के जो अधिकारी हैं वो कहते हैं कि ये घटिया मटेरियल यूज करते हैं। तो अब ये फैसला जनता ने करना है कि ये नगर निगम के अधिकारी और जो कॉन्ट्रैक्टर जो हमारी सड़कें बनाते हैं उसमें 70% जाने के पैसा बिल्कुल ही नहीं लगता और 30% लगता है। हमने कई बार सड़कों पर खड़े होकर ये वीडियो बनाई हैं, आप लोगों को बताया है कि आप लोग जागो, जब तक आप जागरूक नहीं होंगे तब तक ऐसे चलता रहेगा। कोई चीज नहीं, ਲੱਖਾਂ रुपए ਜਿਹੜੇ ਆ ਡੇਲੀ ਉਹ ਇਕੱਠੇ ਕਰ ਰਹੇ ਸੀ। ਤੁਹਾਨੂੰ ਪਤਾ ਸਭ ਅੱਖਾਂ ਨਿੱਕੇ ਬੈਠੇ ਨੇ, ਕਿਉਂਕਿ ਅਸੀਂ ਲੋਕ ਚੰਗੇ ਕੰਮ ਕਰਨ ਲਈ ਅਸੀਂ ਲੋਕ ਟੰਗੇ ਤੇ ਭੇਜਦੇ ਹਾਂ। ਉਹਨਾਂ ਨੂੰ ਡਰ ਹੀ ਨਹੀਂ ਹੈ ਕਿ ਅਗਰ ਸ਼ੇਅਰ ਅੱਗੇ ਪਹੁੰਚਣ ਲੱਗੇ ਤਾਂ ਉਹਨੂੰ ਕੌਣ ਫੜੂਗਾ। 12% GST ਟੈਕਸ ਠੇਕੇਦਾਰ ਨੇ ਜੇਬ 'ਚ ਭਰਦਾ, 65 ਰੁਪਏ ਤੇਲ ਦੇ ਹਿਸਾਬ ਨਾਲ ਪੈਸੇ ਦੇਈਦੇ ਨੇ, ਕਿਉਂਕਿ ਜੇਕਰ ਇਕੱਲੇ ਅਫਸਰ ਪੈਸੇ ਲੈਂਦੇ ਹੋਣ ਤਾਂ ਇਹ ਫੜੇ ਜਾਣ, ਲੀਡਰ ਵੀ ਸਟੈਂਡ ਲੈਣਗੇ। ਕੋਈ ਸੜਕ ਖਾਲ ਪੈਸੇ ਕੋਈ ਸਾਫੀ ਸੜਕ ਨਾ ਜਾਂਦੀ ਹੋਵੇ ਤਾਂ 4.5 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ, ਤਾਂ ਕਿ ਅਸੀਂ ਵਧੀਆ ਸੜਕਾਂ ਬਣਾ ਸਕੀਏ। ਸੜਕਾਂ ਵਧੀਆ ਤਾਂ ਹੀ ਬਣਨੀ ਹੈ ਜੇ ਭ੍ਰਿਸ਼ਟਾਚਾਰ ਖਤਮ ਹੋਊਗਾ। ਜੇ ਭ੍ਰਿਸ਼ਟਾਚਾਰ ਖਤਮ ਨਹੀਂ ਹੋਏਗਾ ਤਾਂ ਸੜਕਾਂ ਕੋਟੇ ਵਿੱਚ ਹੋ ਰਹੀ ਹੈ, ਜਿਹਦੇ ਵਿੱਚ ਸਾਰੇ ਠੇਕੇਦਾਰਾਂ ਨੇ ਫੈਸਲਾ ਲਿਆ ਕਿ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਸਾਰੇ ਕੰਮ ਅੱਜ ਤੋਂ ਬੰਦ ਕਰ ਦਿੱਤੇ ਗਏ ਨੇ। ਔਰ ਜਿਹੜੇ ਵੀ ਟੈਂਡਰ ਪਾਣਗੇ ਅਸੀਂ ਉਹਨਾਂ ਦੇ ਵਿੱਚ ਵੀ ਹਿੱਸਾ ਨਹੀਂ ਲਵਾਂਗੇ, ਕਿਉਂਕਿ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਫੈਲ ਚੁੱਕਿਆ, ਇੰਨਾ ਜ਼ਿਆਦਾ ਫੈਲ ਚੁੱਕਿਆ ਕਿ ਸਾਰੇ ਕੰਮਾਂ ਦੇ ਵਿੱਚ ਅਫਸਰ ਆਪਣੀ ਮਰਜ਼ੀ ਕਰਦੇ ਨੇ। ਜੇਕਰ ਕੋਈ ਠੇਕਾ ਟੈਂਡਰ ਪਾਉਂਦਾ, L1 ਦਾ ਟੈਂਡਰ ਕੈਂਸਲ ਕਰਕੇ ਪੈਸੇ ਲੈ ਕੇ ਵੱਡੀ ਰਕਮ ਵਸੂਲ ਕਰਕੇ ਅਫਸਰ L2 ਨੂੰ ਕੰਮ ਦੇ ਦਿੰਦੇ ਨੇ। ਇਹ ਜਿਹੜੀ ਬਹੁਤ ਹੀ ਹਾਲਾਤ ਜਿਹੜੇ ਠੇਕੇਦਾਰ ਦੇ ਮਾੜੇ ਹੁੰਦੇ ਜਾ ਰਹੇ ਨੇ, ਕਿਉਂਕਿ ਲੁਧਿਆਣਾ ਅੱਜ ਦੇਖੋ ਤੁਸੀਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ। ਲੁਧਿਆਣੇ ਦਾ ਕੰਮ ਜਿਹੜਾ ਪਹਿਲਾਂ ਵੀ ਹੋਇਆ ਉਹ ਵੀ ਸਾਰਾ ਡੈਡ ਹੋ ਗਿਆ। ਰੀਜਨ ਕੀ ਹੈ ਕਿ ਅਫਸਰਾਂ ਦੀ ਇਨਵੋਲਵਮੈਂਟ ਹੈ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਦਿਨ ਬ ਦਿਨ। ਇੰਨੇ ਜ਼ਿਆਦਾ ਪੈਸੇ ਇਕੱਠੇ ਕਰਨ ਲੱਗ ਗਏ ਕਿ ਸੜਕ ਦੇ ਉੱਪਰ ਪੈਸੇ ਨਹੀਂ ਲੱਗਦੇ। ਰੀਜਨ ਕੀ ਹੈ, ਥੱਲਿਓਂ ਲੈ ਕੇ ਉੱਪਰ ਤੱਕ ਭ੍ਰਿਸ਼ਟਾਚਾਰ ਫੈਲ ਚੁੱਕਿਆ। ਇਸ ਨੂੰ ਖਤਮ ਕਰਨ ਦੇ ਲਈ ਜਿਹੜੀ ਇਹ ਗੁੰਡਾਗਰਦੀ ਅਫਸਰਾਂ ਨੇ ਸ਼ੁਰੂ ਕੀਤੀ ਹੈ, ਇਹਨਾਂ ਨੂੰ ਠੀਕ ਕਰਨ ਦੇ ਲਈ ਅਸੀਂ ਇਹ ਹੜਤਾਲ 'ਤੇ ਜਾ ਰਹੇ ਹਾਂ। ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਨਗੇ ਉਦੋਂ ਤੱਕ ਅਸੀਂ ਹੜਤਾਲ ਨਹੀਂ ਖੋਲਾਂਗੇ, ਨਾ ਹੀ ਕੋਈ ਠੇਕੇਦਾਰ ਟੈਂਡਰ ਪਾਏਗਾ। ਕਾਰਨ ਕੀ ਹੈ ਜੀ ਇਹਨਾਂ ਦਾ? ਕਾਰਨ ਇਹ ਹੈ ਕਿ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ, ਥੱਲਿਓਂ ਨੀਚੇ ਤੋਂ ਲੈ ਕੇ ਕਾਰਪੋਰੇਸ਼ਨ ਮਹਿਕਮਾ ਜਿਹੜਾ ਹੈ, ਥੱਲੇ ਜੇਈ ਤੋਂ ਲੈ ਕੇ ਉੱਪਰ ਤੱਕ। ਇਹ ਕਾਰਪੋਰੇਸ਼ਨ ਦੇ ਕਿਹੜੇ ਡਿਪਾਰਟਮੈਂਟ ਵੱਲੋਂ ਕੀਤਾ ਜਾਂਦਾ, ਕਿਹੜੇ ਅਫਸਰ ਇਨਵੋਲਵਮੈਂਟ ਥੋੜਾ ਉਹ ਵੀ ਦੱਸੋ। ਜਿਹੜਾ BN ਜਿਹੜਾ ਅਸੀਂ ਲੋਕਾਂ ਦਾ ਕੰਮ ਕਰਦੇ ਹਾਂ, BN ਸਾਖਤ ਕੰਮ ਕਰਦੇ ਹਾਂ, BNR ਦੇ ਵਿੱਚ, ਉਹਦੇ ਵਿੱਚ ਜਿਹੜੇ ਕੰਮ ਹੈ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਕਰਦੇ। ਜਿਹਦੇ ਵਿੱਚ ਡੀ ਜ਼ੋਨ ਦੇ ਵੀ ਦੇਖੋ ਐਸੀ ਗਗਨੇਜਾ ਜੀ ਹੈ, SDO ਐਕਸ਼ਨ ਦੇ ਦੋ ਇੱਕ ਅਫਸਰ ਜਿਹੜਾ ਦੋ ਪੋਸਟਾਂ ਲੈ ਕੇ ਬੈਠਾ, ਰਮਨ ਨਾਇਰ ਹੈ। ਜਾ ਕੇ ਹਿਸਾਬ ਤੋਂ ਕਿੰਨਾ ਕਰੋੜ ਰੁਪਏ ਇਕੱਠਾ ਕਰ ਲਿਆ ਇਹਨਾਂ ਨੇ। ਤੇ ਮੇਅਰ ਨੂੰ ਗੱਲ ਕੀਤੀ ਜਾਂ ਅਸੀਂ ਮੇਅਰ ਸਾਹਿਬ ਨਾਲ ਵੀ ਗੱਲ ਕੀਤੀ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਸਾਰੇ ਬੰਦੇ ਇਨਵੋਲਵ ਨੇ ਵਿੱਚ ਇਹਦੇ, ਮੰਤਰੀ ਸਾਰੇ ਬੰਦੇ ਇਨਵੋਲਵ ਨੇ, ਤਾਂ ਹੀ ਸੁਣਵਾਈ ਨਹੀਂ ਹੋ ਰਹੀ। ਨਹੀਂ ਤਾਂ ਇੱਕ ਅਫਸਰ ਕਿੱਦਾਂ ਪੈਸੇ ਲੈ ਸਕਦਾ। ਨਹੀਂ, ਜਿਹੜਾ ਟੈਂਡਰ ਲੱਗਦਾ ਉਹ ਤਾਂ ਬੜਾ ਆਨਲਾਈਨ ਲੱਗਦੇ ਨੇ, ਫਿਰ ਕਿਵੇਂ ਜਿਹੜਾ ਟੈਂਡਰ ਦੂਸਰੇ ਬੰਦਿਆਂ ਦੇ ਟੈਂਡਰ ਜਿਹੜੇ ਆ ਆਨਲਾਈਨ ਲੱਗਦੇ ਨੇ। ਜਿਵੇਂ ਮੰਨ ਲਓ ਇੱਕ ਜਿਸਨੇ ਜ਼ਿਆਦਾ ਲਿਸਟ ਪਾਈ ਆ ਉਹਨੂੰ ਕੰਮ ਮਿਲਣਾ ਚਾਹੀਦਾ, ਪਰ ਇਹ ਕੀ ਕਰਦੇ ਨੇ, ਉਸ ਬੰਦੇ ਦਾ ਕੈਂਸਲ ਕਰਕੇ ਦੂਜੇ ਬੰਦੇ ਨੂੰ ਕੰਮ ਦੇ ਦਿੱਤੇ ਜਾਂਦੇ ਨੇ। ਉਹਨੂੰ ਕਹਿ ਦਿੱਤਾ ਜਾਂਦਾ ਕਿ ਤੂੰ ਅੱਜ 4 ਮਿੰਟ ਲਿਸਟ 'ਤੇ ਕੰਮ ਲੈ, ਮੈਨੂੰ ਲਿਖ ਕੇ ਦੇ, ਮੈਂ ਤੈਨੂੰ ਅੱਜ ਹੀ ਕੰਮ ਅਲਾਟ ਕਰਦਾ। ਕਿੰਨੀ ਕਮਿਸ਼ਨ ਲੈਂਦੇ ਨੇ ਮੰਤਰੀ? ਕਮਿਸ਼ਨ ਦਾ ਕੋਈ ਲਿਮਟ ਨਹੀਂ, ਕੋਈ ਜਿੰਨੇ ਕਿ 5 ਮਿੰਟ ਲੈਂਦੇ, ਕਿ 10 ਮਿੰਟ ਲੈਂਦੇ, ਕੋਈ ਲਿਮਟ ਹੀ ਹੈ ਨਹੀਂ। ਨਹੀਂ, ਕਿਹੜੀਆਂ ਕੰਪਨੀ ਨੂੰ ਕੰਮ ਦਿੱਤਾ ਗਿਆ, ਕਿਸ ਤਰ੍ਹਾਂ ਦਿੱਤਾ ਗਿਆ, ਜਿਸ ਤਰ੍ਹਾਂ ਤੁਸੀਂ ਦੱਸਦੇ ਸੀ ਪਹਿਲਾਂ ਕੋਈ ਘਟਾਲੇ ਦਾ ਇਹ ਇੱਕ ਮੰਨ ਲਓ ਇੱਕ
ਸਰਮਾਇਆ ਕੰਟਰੈਕਟਰ ਹੈ, ਉਹਦੇ ਵਿੱਚ ਇੱਕ ਬੰਦੇ ਦਾ ਕੰਮ ਬੰਦਾ ਸੀ ਅਪੈਕਸ ਬਿਲਡਰ ਦਾ। ਉਹਨਾਂ ਨੇ ਕੀ ਕੀਤਾ, ਅਪੈਕਸ ਬਿਲਡਰ ਦਾ ਕੰਮ ਕੈਂਸਲ ਕਰਕੇ L2 ਨੂੰ ਕੰਮ ਸਰਮਾਇਆ ਨੂੰ ਦੇਤਾ, ਕਿਉਂਕਿ ਉਹ ਲੀਡਰ ਦਾ ਬੰਦਾ। ਉਹ ਕਹਿੰਦਾ ਜੀ ਮੇਰੇ ਉੱਪਰ ਲੀਡਰ ਦਾ ਹੱਥ ਹੈ, ਇਹ ਕੰਮ ਮੈਨੂੰ ਮਿਲਣਾ ਨਹੀਂ। ਜਿਵੇਂ ਚਾਹੇ ਕੋਈ ਲੁੱਕ ਦਾ ਕੰਮ ਕਰਦੇ, ਚਾਹੇ ਇੰਟਰਲੋਕਿੰਗ ਟਾਇਲਾਂ ਦਾ ਕੰਮ ਕਰਦੇ, ਕਿਤੇ ਉਹ ਨੋਰਮ ਪੂਰੇ ਕਰਦੇ ਨੇ ਜਿਹੜੀਆਂ ਜਿਸ ਤਰ੍ਹਾਂ ਉੱਥੇ ਚਾਹੀਦੇ, ਕੋਈ ਮਿੱਟੀ ਪਾਉਣੀ ਆ ਔਰ ਮਿਕਸ ਕੁਝ ਵੀ ਪਾਉਣਾ ਹੈਗਾ ਪੂਰਾ ਕਰਦੇ ਨੇ, ਕਿ ਉੱਥੇ ਵੀ ਘਟਾਲਾ ਹੋ ਰਿਹਾ? ਉੱਥੇ ਜੇ ਇਹ ਕੰਮ ਦਿੰਦੇ ਨੇ ਤਾਂ ਉਹਦੇ ਵਿੱਚ ਘਟਾਲਾ ਹੋਣਾ ਨਿਸ਼ਚਿਤ ਹੈ, ਕਿਉਂਕਿ ਪੈਸੇ ਲਏ ਤੋਂ ਬਿਨਾਂ ਕੰਮ ਨਹੀਂ ਮਿਲਦਾ। ਅੱਜ ਇੱਕ ਸਮਾਰਟ ਸਿਟੀ ਦਾ ਕੰਮ 3.5 ਕਰੋੜ ਰੁਪਏ ਦਾ ਕੰਮ ਸੀ, ਸਰਮਾਇਆ ਕੈਬਨ ਨੂੰ ਦੇ ਦਿੱਤਾ ਗਿਆ। ਉਹਦੀਆਂ ਜਿਹੜੀਆਂ ਛੱਤਾਂ ਲੱਗੀਆਂ ਨੇ ਉਹ ਵੀ ਪੂਰੀਆਂ ਨਹੀਂ ਹੈ, ਛੱਤਾਂ ਪੂਰੀਆਂ ਹੋਣ ਦੇ ਬਾਵਜੂਦ ਉਹਨੂੰ ਕੰਮ ਦੇਤਾ। ਬੈਚ ਵਿੱਚ ਪਲਾਂਟ ਚਾਹੀਦਾ ਸੀ, ਹੈ ਨਹੀਂ ਉਹਦੇ ਕੋਲੇ, ਦੇਤਾ ਕੰਮ। ਕੌਣ ਪੁੱਛੂਗਾ ਜੀ? ਪਹਿਲਾਂ ਕਿਉਂ ਨਹੀਂ ਆਵਾਜ਼ ਉਠਾਈ ਗਈ? ਤੁਸੀਂ आवाज बहुत सालों से उठा रहे हैं, मेयर साहब को जा रहे हैं, मंत्री को जा रहे हैं, वो लीडर दस रहे हैं, कोई सुनवाई नहीं। ਇੰਨੀ ਟੈਨਸ਼ਨ ਹੈ, ਹਰੇਕ ਠੇਕੇਦਾਰ ਦਾ 10-10 ਕਿਲੋ ਵਜਨ ਘਟ ਗਿਆ ਸਿਰਫ ਟੈਨਸ਼ਨ ਦੇ ਵਿੱਚ। ਔਰ ਆਪਣਾ ਸਾਡੇ ਕੋਲ ਮੰਗ ਰਹੇ ਆ, ਸਾਡੇ ਕੋਲ ਡਿਮਾਂਡ ਕਰ ਰਹੇ ਆ, ਅਸੀਂ ਉਹ ਨਹੀਂ ਦੇ ਸਕਦੇ, ਨਾ ਹੀ ਅਸੀਂ ਦੇਣ ਦੀ ਪੋਜੀਸ਼ਨ 'ਚ ਹੈ। ਅਸੀਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ, ਤੇ ਉਹ ਜੇ ਕਹਿਣਗੇ ਵੀ ਤੁਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਕਰੋ ਤਾਂ ਅਸੀਂ ਕੰਮ ਬੰਦ ਕਰ ਦਾਂਗੇ, ਅਸੀਂ ਇਹ ਲੈ ਨਹੀਂ ਛੱਡ ਦਾਂਗੇ। ਅਸੀਂ ਕਿਸੇ ਤਰ੍ਹਾਂ ਦਾ ਕੋਈ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਕੋਈ ਅਨਨੈਸੈਸਰੀ ਰਿਸ਼ਵਤ ਨਹੀਂ ਦੇਣੀ, ਠੀਕ ਹੈ। ਜਿਹੜੇ ਕੰਮ ਹੈ ਅਸੀਂ ਇਮਾਨਦਾਰੀ ਨਾਲ ਕਰਨਾ ਚਾਹੁੰਦੇ ਹਾਂ, ਔਰ ਸਾਨੂੰ ਇਹ ਕੰਮ ਇਮਾਨਦਾਰੀ ਨਾਲ ਕਰਨ ਦੇਣ, ਬਸ ਜੀ। ਥੈਂਕ ਯੂ। ਚਾਹ ਦੇਖੋ ਜਿਹੜਾ ਟੈਕੋ ਦਾ ਮੈਂ ਕਿੰਨਾ ਕਿ ਫੇਰ ਬੁਲਾਓ ਜੀ ਸਭ ਕਿੰਨੇ ਵਜੇ ਲੱਗਦੇ ਮੈਂ ਕਰ ਲਾਂ ਜੀ ਮੈਂ ਬੁਲਾ ਕਰੀਏ ਸਟਾਰਟ ਜੀ ਤੇ ਆਗੇ ਜੀ ਬੁਲਾਓ ਆ ਜਾਓ ਆਪਾਂ ਦੇਖੀਏ ਸਰ ਇਹ ਪੀਆਰ ਨੂੰ ਕੀ ਕਰੀ ਲੋ ਆਪਣਾ ਕਾਬਿਲ ਦੇ ਪੀਆਰ ਨੂੰ ਬੁਲਾਓ ਜੀ ਇਹ ਉਹ ਪੀਆਰ दीपक आ गया। दीपक आ कार्ड डिटेल दस ऑफ द बात करो ऑफ द कार्ड एक डिटेल दसना चाहना तुहानू सारे मेरे भरावां नूं मीडिया वाले लेक्चर ते प्रिंटिंग मीडिया वाले दोनों इन्हां ने मेरे को आए इत्थे ऑफ द कार्ड तो वो बाद कहते जी साढ़े मेरा रोज जाए काम कर रहे ब्लैकलिस्ट किया बैकग्राउंड तो एंट्री की अफसर सारे बिठाए हुए हैं उन्होंने बैकग्राउंड तो जी एंट्री नहीं बैंक ਹੁਣ ਮੇਰੇ ਕੋਲ ਫਾਈਲ ਆਉਂਦੀ ਹੈ ਮੈਂ 6% ਤੇ ਲਿਖ ਦਿੰਦਾ ਜਿਹੜੇ ਟੈਂਡਰ ਹੋਣਗੇ ਕੰਮ ਉਹੀ ਹੋਣਗੇ। ਰੀਟੈਂਡਰ ਕਾਲ ਕਰ ਲਾਂਗੇ, ਜੇ ਨਹੀਂ ਕਰਨਗੇ ਟੈਂਡਰ ਫਿਰ होगी, अगर नहीं करेगा रीटेंडर काम कर लेंगे। अगर ये बाइकआउट करेंगे हमारा हम RMC का ये भी कन्वर्ट करके उनको हमारा 1.5 गुना हो जाएगा, जो 100 करोड़ का 150 करोड़ लग जाए। कारपोरेशन के पास पैसे हैं, कोई हम झुकेंगे नहीं। मैं बताना चाहता हूँ आप मीडिया शहर का पैसा लुटन नहीं दूंगा। साडी शराब मेरी शराब तो नहीं समझे मैं शरीफ हाँ तो मैं इन्होंने डाके मारूँ पुराने डरारे करके आप पिछले साढ़े 17 जो फ्रैश कमेटी का मैंबर से इन्होंने आ 5% उदों किया तुहानू प्रूफ देना मैं 5% करके 2% तो गिनती के ठेकेदार ने ये बदमाश बनया कंप्लेंटा पाता अफसर को चंडीगढ़ भी यदि मैं दस आया जी सिर्फ अपना काम उल्लू सुधा करनी होर ये जोड़ा ऑनेस्ट अपने आप कहता पाया सन 1983 के तलाब बाजार नाले के उत्ते एक डिस्पैंसरी साढ़े सत्कार जो बहुत ही सत्कार जो साढ़े मंत्री सरदारी लाल कपूर जी ने दी गरीबों ने इतने डिस्पैंसरी खोला इनू नाला छक लगा मैं तुहानू दस्सन लगा गरीबों ने हुण तक इन्हें डिस्पैंसरी उत्थे खोल 6-7 साल इन्हें डिस्पैंसरी उत्थे चलाई उस तो बाद उत्थे शैड ला के दुकान 1 लाख रुपए किराए ते प्रूफ आ जाके देख लो ये इन्ना ऑनेस्ट है जो अपने आप जो गरीबों की डिस्पैंसरी अपने फायदे लिए 1 लाख रुपए किराए से दुकान दी हुई है वो इंक्वायरी मैं अपने अफसर की ड्यूटी लाती वो मैंने दुध का दुध पानी का पानी पता करता सर मेन एलीगेशन जो सारे इन्होंने लाया चलो अंदर की गल तुसीं दसती पर ये कहते करप्शन बहुत है तां करके छड्ड रहे हैं साडे तो पेमेंट की कमीशन मंगी जाती है भी सारे पासे करप्शन बहुत तां करके ही तंग करके भी सानूं बचदा कुछ नहीं तां अगे आए मैं तुहानू बेनती मीडिया के थ्रू सारे शहर वासियों को कहना चाहता ये भरावां नूं जिहड़े ठेकेदार जी इस रिटन कंप्लेंट दवे जो सख्त तो सख्त कार्रवाई जिहड़ा भी अफसर मैनूं प्रूफ हो गया
मैं अपने लेवल से और चंडीगढ़ लेवल से डिसमिस और सस्पेंशन के आर्डर बना के ना भेजा मैं माड़ा मेयर हूँ। लेट बी क्लीयर ऑन इट। देखो देयर इज अ स्पैट ऑफ ਜਿਹੜੀਆਂ ਹੈਗੀਆਂ ਕੰਪਲੇਂਟਸ दैट इज कमिंग इन। I have already contacted government ਨੂੰ contact ਕੀਤਾ ਗਿਆ personally। I have gone to Chandigarh and contacted the government level ਦੇ ਕਿਸੇ CBO is coming here। ਇਹ ਉਹਦੀ ਆੜ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਹੁਣ ਕੰਮਾਂ ਦੀ ਚੈਕਿੰਗ ਹੋਣ ਲੱਗੀ ਹੈ, ਜੇ ਹੋਣ ਲੱਗੀ ਹੈ, ਕੁਆਲਿਟੀ ਦਾ ਕੋਈ ਸੁਧਾਰ ਨਹੀਂ ਕੀਤਾ ਜਾਊਗਾ। whosoever it be, ਜੇ ਕੋਈ ਕਰਪਸ਼ਨ ਦੀ ਹੈ ਨੋਬਡੀ ਜਿਹੜਾ ਹੈਗਾ ਵੀ ਵਿਲ ਬੀ ਸਪੇਅਰਡ, ਬਟ ਐਟ ਦੀ ਸੇਮ ਟਾਈਮ ਕੁਆਲਿਟੀ ਦੇ ਨਾਲ ਜਾਂ ਇਹਦੀ ਆੜ ਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾਵੇ ਕਿ ਇਹ ਕਾਰਪੋਰੇਸ਼ਨ ਡਰ ਜਾਊਗੀ, ਇਹ ਡਰ ਜੂਗੇ ਭੁੱਲ ਜਾਣ। ਬਿਲਕੁਲ ਇਹਨੂੰ ਜਿਹੜਾ ਹੈਗਾ ਉਸ ਲੈਵਲ ਤੱਕ ਭੇਜਿਆ ਜਾਊਗਾ। ਇਹਦੇ ਵਿੱਚ ਕੁਆਲਿਟੀ ਦੇ ਨਾਲ ਸੁਧਾਰ ਕਰਨ ਦੀ ਜੇ ਇਹਨਾਂ ਦੀ ਕੋਸ਼ਿਸ਼ ਹੈ ਜਾਂ ਕੋਈ ਨੈਕਸਸ ਬਣਾ ਕੇ ਕੰਮਾਂ ਨੂੰ ਲਿਆਉਣ ਦੀ ਕੋਸ਼ਿਸ਼ ਹੈ, ਉਹਨੂੰ ਤੋੜਿਆ ਜਾਊਗਾ। ਕਿਸੇ ਵੀ ਕੀਮਤ ਦੇ ਨਾਲ ਨਹੀਂ ਕੀਤਾ ਜਾਊਗਾ। ਨੋ ਕੰਟਰੈਕਟਰ whosoever it will be, ਕਿੰਨਾ ਵੀ ਤਕੜਾ ਹੋਵੇ, ਜੋ ਵੀ ਮਰਜ਼ੀ ਹੋਵੇ, ਬਿਲਕੁਲ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਤਕੜੀ ਹੋ ਗਈ ਇਹਦੇ ਤੇ ਕੰਮ ਕਰੇਗੀ ਐਂਡ ਕੁਆਲਿਟੀ ਦੇ ਨਾਲ ਨੋ ਕੰਪਰੋਮਾਈਜ਼। ਅੰਡਰ ਦੀ ਗਾਰਬ ਆਫ ਕੁਆਲਿਟੀ ਦੇ ਆਰ ਟ੍ਰਾਈਂਗ ਟੂ ABCD ਦੇ ਕੈਨ ਟਾਕ ਐਨੀ ਨੌਨਸੈਂਸ। ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਇਹ ਆਈ ਐਮ ਟੈਲਿੰਗ ਯੂ ਦਿਸ ਇਨ ਅ ਵੈਰੀ ਸਟਰੋਂਗ ਮੈਨਰ। तो कारपोरेशन का हैड होने के नाते कमिश्नर साहब नाल बैठे भी, मेरी सीनियर डिप्टी मेयर भी नाल बैठे ने। इहो जिहा प्रूफ मैनू कोई ईवन एक तो फिर ठेकेदार रिलेटेड ने कारपोरेशन कोई शहरी भी मैनू प्रूफ दूगा, वो अफसर चाहे जेई है चाहे SC लैवल का वड्डे तो वड्डी पोस्ट वाला है, मैनू प्रूफ दे दो। ਵੱਧ ਤੋਂ ਵੱਧ सख्त तो सख्त ਉਹਦੇ 'ਤੇ ਕਾਰਵਾਈ ਮੇਰੇ ਵੱਲੋਂ ਵੀ ਹੋਏਗੀ। ਉੱਥੇ ਚੰਡੀਗੜ੍ਹ ਲਿਖ ਕੇ ਭੇਜਾਂਗਾ। ਹੋਰ ਵੱਧ ਤੋਂ ਵੱਧ ਸਖਤ ਤੋਂ ਸਜ਼ਾ ਉਸ ਬੰਦੇ ਨੂੰ ਪ੍ਰੂਫ ਤਾਂ ਦੇਣ। ਇਹ ਇੱਦਾਂ ਮੂੰਹ ਜਵਾਨੀ ਲਾਈ ਜਾਣਾ ਜੀ ਉਹ ਚੋਰ ਆ, ਫਿਰ ਤਾਂ ਆਪਾਂ ਸਾਰੇ ਲੋਕ ਹੀ ਚੋਰ ਆ। ਬਾਕੀ ਤੁਹਾਡੇ ਥਰੂ ਹਰ ਸ਼ਹਿਰ ਵਾਸੀ ਨੂੰ ਮੈਂ ਇਹੀ ਅਪੀਲ ਕਰਦਾ, ਇਹੋ ਜਿਹੇ ਸਿਰਫ ਇੱਕ ਅਕਾਲੀ ਦਲ ਦਾ ਬੰਦਾ ਆ, ਸਿਰਫ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦਾ। ਆਪਣੀ ਸਰਕਾਰ ਲੈਣ ਜਿਹਦੇ ਚਾਹੀਦੇ ਡਾਕੇ ਮਾਰੇ, ਇਸ ਕਰਕੇ ਮੈਂ ਡਾਕੇ ਵੱਜਣ ਨਹੀਂ ਦੇਣੇ, ਇਸ ਕਰਕੇ ਸਾਰਾ ਡਰਾਮਾ ਕਰ ਰਿਹਾ ਹੈ। ਮੈਂ ਤਾਂ ਜਿਵੇਂ ਤੁਸੀਂ ਦੱਸਿਆ ਕਿ ਉਹ ਬਲੈਕ ਲਿਸਟਡ ਹੈਗਾ ਆਲਰੇਡੀ ਠੇਕੇਦਾਰ, ਤਾਂ ਉਹ ਕਿੱਦਾਂ ਜਿਹੜੇ ਕੰਮ ਕਿੱਦਾਂ ਲੈ ਲੈਂਦਾ ਉਹ ਉਸ ਦੇ ਬਾਅਦ ਉਹੀ ਮੈਂ ਇਨਕੁਆਇਰੀ ਲਾਈ, ਮੈਨੂੰ ਪਤਾ ਲੱਗਿਆ ਉਹਨੇ ਦੂਜੇ ਠੇਕੇਦਾਰਾਂ ਤੋਂ ਨਾ ਤੇ ਕੰਮ ਪਾ ਕੇ ਆਪ ਕੰਮ ਕਰਦਾ। ਮੈਂ ਅਫਸਰਾਂ ਦੀ ਡਿਊਟੀ ਲਾਤੀ। ਜੇ ਤੁਸੀਂ ਉਹ ਪਤਾ ਕਰੋ, ਇਹਨਾਂ ਨੂੰ ਸਭ ਪਤਾ ਹੁੰਦਾ। ਸਾਡੇ ਉਹ SC ਸਾਹਿਬ ਬੈਠੇ ਨੇ ਅੱਜ ਤੁਹਾਡੇ ਸਾਹਮਣੇ, ਇਹਨਾਂ ਦੀ ਹੁਣ ਇਹ ਸੁਣ ਵੀ ਰਹੇ ਆ। ਮੈਂ ਇਹਨਾਂ ਨੂੰ ਇਹ ਕਹਿ ਰਿਹਾ ਇਮੀਡੀਏਟਲੀ ਮੈਨੂੰ ਉਹ ਜਿਹੜੇ ਕਿਸੇ ਦੇ ਕੰਮ 'ਤੇ ਉਹ ਕੰਮ ਕਰਦਾ ਇਮੀਡੀਏਟਲੀ ਉਹਦੇ ਕੰਮ ਸਟਾਪ ਕੀਤੇ ਜਾਣ, ਤਾਂ ਉਹਨੂੰ ਡਾਕੇ ਨਹੀਂ ਮਾਰਦੇ ਨੇ। ਬਲੈਕ ਲਿਸਟਡ ਕਿੰਨੇ ਦੇਰ ਸੇ ਸਰ? ਹਾਂਜੀ ਬਲੈਕ ਲਿਸਟਡ ਕਿੰਨੀ ਦੇਰ ਸੇ? ਕਦੋਂ ਤੱਕ ਹੈ ਇੱਧਰ ਦੱਸੋ? ਕਿੰਨੇ ਸਾਲ ਤੋਂ ਹੈ? ਕਿੰਨੇ ਸਾਲ ਤੋਂ ਇੱਧਰ ਆਓ ਜੀ ਦੱਸੋ। ਲਾਸਟ ਈਅਰ ਪਿਛਲੇ ਸਾਲ ਹੋਏ ਹਾਂਜੀ ਪਿਛਲੇ ਸਾਲ ਹੋਏ ਹੈ ਕਿਹੜੇ ਕੰਮ ਦਾ ਮੇਰੇ ਕੰਮ ਦਾ ਸਾਰੇ ਪਤਾ। ਹੁਣ ਅੱਜ ਇਨਕੁਆਇਰੀ ਲਾਈ ਆ, ਮੈਨੂੰ ਕਿਸੇ ਨੇ ਦੱਸਿਆ, ਹੱਲੇ ਦੱਸਿਆ ਗਿਆ ਵੀ ਉਹ ਕਿਸੇ ਦੂਜੇ ਦੇ ਕੰਮ ਨਾਂ ਤੇ ਕੰਮ ਪਾ ਕੇ ਕੰਮ ਕਰ, ਉਸ ਨੂੰ ਤਾਂ ਕੋਈ ਹਾਕਿੰਗ ਜਿਹੜਾ ਬਲੈਕ ਲਿਸਟ ਆ ਉਹ ਸਾਨੂੰ ਕਿਵੇਂ ਬਦਨਾਮ ਕਰੇ। ਮੇਰੇ ਸਾਹਿਬ ਕਿਤੇ ਨਾ ਕਿਤੇ ਜਿਹੜੇ ਲੁਧਿਆਣਾ ਵਾਸੀ ਨੇ ਉਹ ਪਹਿਲੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਨੇ, ਕਿਉਂਕਿ ਕੰਸਟਰਕਸ਼ਨ ਦੇ ਵਰਕ ਚੱਲ ਰਿਹਾ ਸਾਰੇ ਪਾਸੇ ਦੇ। ਹੁਣ ਜਿਹੜੇ ਠੇਕੇਦਾਰ ਹੈ ਉਹ ਸ਼ਰੇਆਮ ਇਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਕੰਮ ਆਪਣੇ ਬੰਦ ਕਰ ਦੇਣੇ, ਅਸੀਂ ਕੰਮ ਨਹੀਂ ਕਰਾਂਗੇ। ਸ਼ਹਿਰ ਵਾਸੀ ਇਸ ਟਾਈਮ ਬਹੁਤ ਪਰੇਸ਼ਾਨ ਹੈ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਤੁਹਾਨੂੰ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ, ਮੈਂ ਹੈੱਡ ਹੋਣ ਦੇ ਨਾਤੇ, ਦੇਖੋ ਸ਼ਹਿਰੀਆਂ ਦਾ ਪੈਸਾ ਹੱਕ ਹਲਾਲ ਦੀ ਕਮਾਈ ਦਾ, ਜਾਂ ਸਰਕਾਰ ਸਾਨੂੰ ਪੈਸਾ ਇਹ ਡਾਕੂਆਂ ਨੂੰ ਮੈਂ ਲੁੱਟਣ ਦੇ ਦਿਆਂ। ਜੇ ਕਹਿੰਦੇ ਹੋ ਸ਼ਹਿਰ ਵਾਸੀ ਮੈਨੂੰ ਕਹਿੰਦੇ ਮੈਂ ਲੁੱਟਣ ਦੇ ਦਿੰਦਾ ਡਾਕੂਆਂ ਨੂੰ, ਮੈਂ ਬਲੈਕਮੇਲ ਨਹੀਂ ਹੋਣਾ। ਜੇ ਇਹਨਾਂ ਦੇਖੋ ਮੈਂ ਸਾਰੇ ਠੇਕੇਦਾਰ, ਮੈਂ ਬਹੁਤ ਸਤਿਕਾਰਯੋਗ ਵਿੱਚ ਠੇਕੇਦਾਰ, ਬਹੁਤ ਇਮਾਨਦਾਰ ਠੇਕੇਦਾਰ, ਵਧੀਆ ਠੇਕੇਦਾਰ ਨੇ। ਮੈਂ ਜੇ ਦੋ ਕਾਲੀਆਂ ਭੇਡਾਂ ਵਿੱਚ ਰਲ ਕੇ ਇਹ ਕਾਰਪੋਰੇਸ਼ਨ ਨੂੰ ਜਾਂ ਸ਼ਹਿਰੀਆਂ ਨੂੰ ਖਰਾਬ ਕਰਨਾ ਮੈਂ ਹੋ ਨਹੀਂ ਦੇਣਾ। ਮੈਂ ਪਹਿਲੇ ਤਾਂ ਇਹਨਾਂ ਨੂੰ ਰਿਕੁਐਸਟ ਕਰਾਂਗਾ 6% 'ਤੇ ਕੰਮ ਕਰੋ। ਜੋ ਹਾਊਸ ਦੀ ਮਰਿਆਦਾ ਹਾਊਸ ਸੁਪਰੀਮ ਹੈ, ਉਸ ਤੋਂ ਉੱਤੇ ਕੋਈ ਨਹੀਂ। ਜੋ ਹਾਊਸ ਨੇ ਫੈਸਲਾ ਕੀਤਾ ਲੋਕਾਂ ਵਾਲੇ ਕੰਮ 6% ਅਤੇ ਸੀਮਟ ਵਾਲੇ ਕੰਮ ਦਾ ਇੰਟਰਲੋਕ 12%, ਕਿਉਂ ਇਹਨਾਂ ਨੇ ਪੂਲ ਕਰਕੇ ਆ ਮੇਰੇ ਕੋਲ ਪ੍ਰੂਫ ਆ 1% ਕੀਤਾ ਸੀ। ਪੁਰਾਣੇ ਟਾਈਮ ਵੀ ਇਹਨਾਂ ਨੇ ਪੂਲ ਕੀਤਾ ਸੀ, ਜਦੋਂ ਮੈਂ ਫਰੈਂਚ ਕਮੇਟੀ ਗੋਲਵੜੀਆ ਸਾਹਿਬ ਮੇਅਰ ਸੀ ਉਦੋਂ 5% ਇਹਨਾਂ ਨੇ ਕੀਤਾ। ਹੁਣ ਹਾਊਸ ਨੇ ਕਿਹਾ 6%। ਮੇਅਰ ਸਾਹਿਬ ਉਦੋਂ ਅਸੀਂ ਹਾਊਸ ਤੋਂ ਸੁਪਰੀਮ ਕੋਰਟ ਨੇ ਇਹਨਾਂ ਨੇ 4.5% ਪ੍ਰਿੰਟ ਕਰਾ ਲਿਆ। ਉੱਥੇ ਜਾ ਕੇ ਚਲੋ ਉਹ ਮੈਂ ਇਨਕੁਆਇਰ ਕਰਾਂਗਾ, ਉਹ ਦੇਖਾਂਗਾ। ਪਰ ਮੈਂ ਸ਼ਹਿਰੀਆਂ ਦੇ ਨਾਲ ਟੱਕਾ ਜੇ ਤਾਂ ਕਰਨਗੇ ਠੀਕ ਹੈ, ਜੇ ਪੂਲ ਕਰਨਗੇ ਤਾਂ ਅਸੀਂ RMC ਦੀਆਂ ਬਹੁਤ ਠੇਕੇਦਾਰ ਨੇ, ਬਹੁਤ ਕੰਮ ਕਰਨ ਨੂੰ ਤਿਆਰ ਹੈ। ਬਹੁਤ ਲੋਕ ਪਲਾਂਟ ਸ਼ਹਿਰ 'ਚ ਲੱਗੇ ਆ, ਜਿਵੇਂ ਕੋਠੀਆਂ ਦੇ ਲੈਂਟਰ ਪਾਉਂਦੇ ਆ। ਅਸੀਂ ਠੀਕ ਆ 1.5 ਗੁਣਾ ਖਰਚਾ ਹੋ ਜਾਏਗਾ, ਉਹਦੀ ਲਾਈਫ ਵੀ ਵਧੀਆ ਬਣੇਗੀ ਅਤੇ ਅਸੀਂ ਸਾਰੇ ਸ਼ਹਿਰ 'ਚ ਸੀਮਿੰਟ ਦੀਆਂ ਸੜਕਾਂ ਬਣਾਵਾਂਗੇ। ਅਫਸਰਸ਼ਾਹੀ ਤੇ ਇਲਜ਼ਾਮ ਲਗਾਏ ਨੇ, ਉਹ ਕਹਿੰਦੇ ਕਿ ਸਾਡੇ ਕੋਲੋਂ ਵੱਡੇ ਪੱਧਰ ਤੇ ਜਿਹੜਾ ਕਮਿਸ਼ਨ ਮੰਗਿਆ ਜਾਂਦਾ ਸੀਗਾ, ਅਸੀਂ ਕਮਿਸ਼ਨ ਦੇਣ ਤੋਂ ਉਹਨਾਂ ਨੂੰ ਇਨਕਾਰ ਕਰ ਦਿੱਤਾ, ਤੇ ਉਹਨਾਂ ਨੇ ਤਾਂ ਕਰਕੇ ਸਾਡੇ ਜਿਹੜੇ ਟੈਂਡਰ ਆ
ਉਹਦੇ ਉੱਤੇ ਉਹਨਾਂ ਨੇ ਰੋਕ ਲਗਾਉਣੀ ਸ਼ੁਰੂ ਕਰਤੀ। ਕੋਈ ਇਹੋ ਜਿਹਾ ਮਾਮਲਾ ਤੁਹਾਡੇ ਨਹੀਂ, ਮੇਰੀ ਬੇਨਤੀ ਮੈਂ ਤੁਹਾਨੂੰ ਅੱਗੇ ਵੀ ਕਹਿ ਹਟਿਆ, ਈ ਟੈਂਡਰਿੰਗ ਆ, ਈ ਟੈਂਡਰਿੰਗ 'ਚ ਕੋਈ ਬੰਬੇ ਬੈਠਾ ਵੀ ਪਾ ਸਕਦਾ। ਇੱਥੇ ਉਹ ਤਾਂ ਹੁੰਦਾ ਅੱਗੇ ਪੁਰਾਣੇ ਲੱਕੜ ਦੇ ਬਕਸਾ ਹੁੰਦੇ ਸੀ, ਕੋਈ ਖੋਲ੍ਹਦਾ ਹੁੰਦਾ ਸੀ, ਕੋਈ ਹੇਰਾ ਫੇਰੀ ਹੋ ਜਾਂਦੀ, ਹੁਣ ਤਾਂ ਹੋ ਨਹੀਂ ਸਕਦੀ। ਜੇ ਐਲੀਗੇਸ਼ਨ ਆਉਂਦਾ ਮੈਨੂੰ ਪ੍ਰੂਫ, ਉਹ ਮੈਂ ਤਾਂ ਤੁਹਾਡੇ ਭਰਾਵਾਂ ਤੋਂ ਵੀ ਪ੍ਰੂਫ ਮੰਗਦਾ। ਮੈਂ ਤਾਂ ਇਹੋ ਜਿਹਾ, ਮੈਂ ਉਸ ਅਫਸਰ ਨੂੰ, ਚਾਹੇ ਮੈਂ ਅੱਗੇ ਵੀ ਕਿਹਾ, ਛੋਟੇ ਤੋਂ ਲੈ ਕੇ ਜੋ ਉਹਨਾਂ ਵੱਡੇ ਤੱਕ ਜੋ ਮੈਂ ਪ੍ਰੂਫ ਦੇਣ, ਜੇ ਉਹ ਮੈਂ ਬਖਸ਼ਾਂ, ਮੈਂ ਗੁਨਾਹਗਾਰ ਸ਼ਹਿਰ ਵਾਸੀਆਂ ਦਾ। ਠੇਕੇਦਾਰਾਂ ਦਾ ਇਹ ਵੀ ਕਹਿਣਾ ਹੈ ਵੀ ਠੇਕੇਦਾਰ ਦੇ ਜਿਹੜੇ ਖਾਸ ਬੰਦੇ ਨੇ ਮੇਅਰ ਸਾਹਿਬ ਦੇ, ਵੀ ਉਹਨਾਂ ਨੂੰ ਠੇਕੇਦਾਰੀ ਪਹਿਲ ਦੇ ਆਧਾਰ ਤੇ ਮਿਲਦੀ ਹੈ, ਵੀ ਜਿਹੜੇ ਨਜ਼ਦੀਕ ਨੇ ਮੇਅਰ ਸਾਹਿਬ ਦੇ। ਮੈਨੂੰ ਦੱਸਿਆ ਜੇ ਮੇਰੇ ਤਾਂ ਹਰ ਸ਼ਹਿਰ ਹੀ ਨਜ਼ਦੀਕ ਹੈ, ਤੁਹਾਡੇ ਨਾਲ ਵੀ ਮੈਂ ਚਾਹ ਪੀਣਾ ਕੋਈ ਸ਼ਹਿਰ, ਇਹ ਤਾਂ ਐਲੀਗੇਸ਼ਨ ਇੱਕ ਜਦੋਂ ਮਰਜ਼ੀ ਕੋਈ ਲਾ ਸਕਦਾ। ਇਹੀ ਤਾਂ ਉਹ ਚਾਹੁੰਦਾ ਕੀ ਹੈ, ਉਹ ਚਾਹੁੰਦਾ ਇਹੀ ਤਾਂ ਚਾਹੁੰਦਾ ਹੈ। ਸਾਡੀ ਸਰਕਾਰ ਦੂਜੀ ਵਾਰੀ ਰਿਪੀਟ ਹੋ ਰਹੀ ਹੈ ਔਰ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਦੁਖੀ ਕਰਾਂ ਮੈਂ ਸਟ੍ਰਾਈਕ ਕਰਾ ਕੇ ਔਰ ਵੋਟਾਂ ਨਾ ਪੈਣ ਕਾਂਗਰਸ ਨੂੰ। ਆਹ ਤਾਂ ਉਹ ਚਾਹੁੰਦਾ ਹੈ, ਆਹੀ ਉਹਦੀ ਸੋਚ ਹੈ। ਸਾਹਿਬ ਅਗਰ ਉਹ ਕੰਮ ਰੋਕ ਦਿੰਦੇ ਨੇ, ਤੁਹਾਡੇ ਵੱਲੋਂ ਕਿਸੇ ਹੋਰ ਠੇਕੇਦਾਰ ਨੂੰ ਕੰਮ ਦੇ ਕੇ ਨਿਰੰਤਰ ਜਾਰੀ? ਬਿਲਕੁਲ ਅਸੀਂ ਇਹੀ, ਬਿਲਕੁਲ ਮੈਂ ਹਦਾਇਤ ਇਹੀ ਦਿੱਤੀ ਆ। ਫਾਈਨੈਂਸ ਕਮੇਟੀ ਦਾ ਵੀ ਫੈਸਲਾ, ਸੈਕੰਡ ਲੋਐਸਟ ਨੂੰ ਪੁੱਛਿਆ ਜੇ, ਥਰਡ ਨੂੰ ਜੇ ਨਹੀਂ ਰੀਟੈਂਡਰ ਕਾਲ ਕਰਾਂਗੇ। ਲੋਕਾਂ ਨੇ ਨਹੀਂ ਮੈਂ ਤੁਹਾਨੂੰ ਇਹ ਵੀ ਦੱਸਣ ਲੱਗਾ, ਬਹੁਤ ਠੇਕੇਦਾਰ 6% ਨਾਲ ਲੈ ਚੁੱਕੇ ਆ, ਉਹਨਾਂ ਨੂੰ ਇਹ ਡਰਾ ਰਹੇ ਆ ਜਿਹੜੇ ਲੈ ਗਏ ਆ ਹੌਟ ਮਿਕਸ ਪਲਾਂਟ ਵਾਲੇ। 5-7 ਠੇਕੇਦਾਰ ਵਰਕਰ ਲੈ ਚੁੱਕੇ ਆ, ਉਹਨਾਂ ਨੂੰ ਇਹ ਕਹਿੰਦੇ ਤੁਹਾਡੀਆਂ ਸ਼ਿਕਾਇਤਾਂ ਕਰਾਂਗੇ, ਤੁਹਾਨੂੰ ਕੰਮ ਨਹੀਂ ਕਰਨ ਦੇਵਾਂਗੇ। ਇਹ ਤਾਂ ਬਦਮਾਸ਼ ਹੋ ਗਿਆ, ਸ਼ਹਿਰੀਆਂ ਨੂੰ ਤੰਗ ਕਰਕੇ, ਸਾਡੀ ਸਰਕਾਰ ਨੂੰ ਬਦਨਾਮ ਕਰਕੇ, ਇਹ ਤਾਂ ਗੁੰਡਾ ਬਣ ਗਿਆ। ਮੇਰਾ ਜਿਹੜੀ ਮੁਲਾਜ਼ਮਾਂ ਵਾਲੀ ਰੋਡ ਹੈ ਉੱਤੇ ਵੀ ਲੋਕਾਂ ਨੇ ਕਾਫੀ ਵਿਰੋਧ ਕੀਤਾ ਵੀ ਮੈਂ ਇਹ ਇਸ਼ੂ ਨਹੀਂ, ਇਹ ਇਸ਼ੂ ਅੱਜ ਟਰੈਕ ਚੇਂਜ ਨਹੀਂ ਕਰਨਾ। ਅੱਜ ਇਸ਼ੂ ਸਿਰਫ ਹੌਟ ਮਿਕਸ ਪਲਾਂਟ ਵਾਲਾ ਹੈ, ਉਹ ਕੱਲ੍ਹ ਆਪਾਂ ਮੀਟਿੰਗ ਕਰਾਂਗੇ, ਜੋ ਤੁਸੀਂ ਪੁੱਛੋਗੇ ਮੈਂ ਦੱਸਾਂਗਾ। ਇੱਕ ਜਿਹੜਾ ਪ੍ਰੋਸੀਡਿੰਗ ਰਿਪੋਰਟ ਚੇਂਜ ਹੋਈ ਹੈ, ਜਿਹੜੀ ਪ੍ਰੋਸੀਡਿੰਗ ਰਿਪੋਰਟ ਚੇਂਜ ਹੋਈ ਹੈ 6 ਤੋਂ 4% ਹੋਈ ਹੈ, ਉਹਨੂੰ ਲੈ ਕੇ ਤੁਸੀਂ ਕਿਹਨੂੰ? ਬਿਲਕੁਲ ਮੈਂ ਉਹ ਵੀ ਇਨਕੁਆਇਰ ਕਮਿਸ਼ਨਰ ਸਾਹਿਬ ਨੂੰ ਮੈਂ ਪਹਿਲੇ ਹੀ ਤੁਹਾਡੇ ਆਉਣ ਤੋਂ ਪਹਿਲੇ ਕਹਿਤਾ, ਪਤਾ ਕਰੋ ਕਿੰਨੇ ਨਲਾਇਕੀ ਹਾਊਸ ਦੀ ਮਰਿਆਦਾ ਨੂੰ ਕਿਹਨੇ ਉਲੰਘਣਾ ਕੀਤੀ। ਜਿਹੜਾ ਵੀ ਉਹ ਜ਼ਿੰਮੇਵਾਰ ਸਾਡਾ ਕਲਰਕ ਜਾਂ ਜਿਹੜਾ ਵੀ ਉੱਥੇ ਇੰਚਾਰਜ ਜ਼ਿੰਮੇਵਾਰ, ਉਹਦੀ ਜ਼ਿੰਮੇਵਾਰੀ ਫਿਕਸ ਸਰ। ਇੱਕ ਗੱਲ ਤੁਸੀਂ ਹੋ ਰਿਹਾ ਡਿਸਪੈਂਸਰੀ ਦਾ ਜਿਹੜਾ ਕਿਰਾਇਆ ਲੈਂਦਾ, ਇਹਦਾ ਵਸੂਲੀ ਕੀਤੀ ਜਾਂਦੀ, ਉਹ ਵੀ ਤੁਸੀਂ ਕੁਝ ਕਹਿ ਰਹੇ ਹੋ? ਬਿਲਕੁਲ ਮੈਂ ਦੱਸਿਆ ਉਹ ਤੁਹਾਨੂੰ, ਨਹੀਂ ਇੱਕ ਧਾਰਮਿਕ ਕੰਮ ਲਈ ਡਿਸਪੈਂਸਰੀ ਖੋਲ੍ਹੀ ਗਈ ਲੋਕਾਂ ਦੀ ਸੇਵਾ ਲਈ, ਨਾਲੇ ਦੇ ਉੱਤੇ ਉਹਨੂੰ ਉਹਨੇ ਕਨਵਰਟ ਕਰਕੇ ਦੁਕਾਨ ਬਣਾ ਲਾ, ਲੱਖ ਰੁਪਏ ਕਰਾਇਆ, ਉਹਦੀ ਇਨਕੁਆਇਰੀ ਵੀ ਖੋਲ੍ਹ ਦਿੱਤੀ ਆ। ਜਿਹੜਾ ਸਾਨੂੰ ਚੋਰ ਦਾ ਤਾਂ ਆਪ ਵੱਡਾ ਚੋਰ ਹੈ, ਜਿਹੜਾ ਸ਼ਹਿਰੀਆਂ ਦੇ ਵਿਚਾਰੇ ਜਿੱਥੇ ਗਰੀਬਾਂ ਦਾ ਇਲਾਜ ਹੋਣਾ ਸੀ, ਉਹਦੇ ਲਈ ਉਹਨੇ ਆਪਣੀ ਦੁਕਾਨ ਕਿਰਾਏ ਤੇ ਚੜਾ ਕੇ ਦਿੱਤੀ, ਛੱਡ ਲਾ ਕੇ। ਸਰ ਸਾਰੇ ਠੇਕੇਦਾਰ ਨੇ ਕੁਛ ਸਾਰਿਆਂ ਨੂੰ ਨਹੀਂ ਨਾਮ ਹੈ ਵਿਰੋਧ ਇੱਕ ਪਾਰਟੀਕੂਲਰ, ਬਾਕੀ ਉਹੋ ਜਿਹੇ 2-4 ਕਾਲੀਆਂ ਭੇਡਾਂ ਨੇ। ਇਸ ਮਾਮਲੇ ਨੂੰ ਲੈ ਕੇ ਹੁਣ ਤੁਸੀਂ ਕਿੰਨੀਆਂ ਕੁਐਰੀ ਬੋਲੀਆਂ? ਇੱਕ ਤਾਂ ਅਫਸਰ ਦੀ ਜਾਂਚ ਹੋਏਗੀ, ਬਿਲਕੁਲ ਇੱਕ ਜਿਹੜਾ ਉੱਥੇ 4.5% ਜਿਹੜਾ ਹੋਇਆ ਚਾਹੀ ਉਹਦੀ ਕਰਾਂਗੇ। ਤੀਜੀ ਜਿਹੜੀ ਇਹਦੇ ਹੋਟਲ 'ਚ ਪਾਰਕਿੰਗ ਲਈ ਸੀ ਉਹਦੀ ਇਨਕੁਆਇਰੀ ਕਰਾਵਾਂਗਾ। ਚੌਥਾ ਜਿਹੜਾ ਤਲਾਬ ਬਾਜ਼ਾਰ ਤੇ ਡਿਸਪੈਂਸਰੀ ਗਰੀਬਾਂ ਲਈ ਖੋਲ੍ਹੀ ਗਈ ਸੀ, ਉੱਥੇ ਇਹਨੇ ਦੁਕਾਨ ਬਣਾ ਕੇ ਕਿਰਾਇਆ ਵਸੂਲ ਕਰਦਾ। ਇਹਨਾਂ ਦੀ ਇਨਕੁਆਇਰੀ ਕੌਣ ਕਰਾਂਗੇ? ਇਨਕੁਆਇਰੀ ਸਾਡੀ ਕਾਰਪੋਰੇਸ਼ਨ। ਅਫਸਰ ਕੋਈ ਲਾਇਆ? ਹਾਂ ਅਫਸਰ ਉਹ ਹਰ ਮਹਿਕਮੇ ਦਾ ਵੱਖਰਾ ਜੋ MTP ਆ, ਕਿਸੇ ਅਫਸਰ ਕੁਲਪ੍ਰੀਤ ਜੀ ਦੀ ਲਾਵਾਂਗੇ ਡਿਊਟੀ, ਬਿਲਡਿੰਗ ਬ੍ਰਾਂਚ ਵਾਲਿਆਂ ਦੀ। ਇਹਨਾਂ ਦੀ ਜਿਹੜੀ ਉੱਥੇ ਕਮਿਸ਼ਨਰ ਸਾਹਿਬ ਨੂੰ ਆਪੇ ਲਾ ਦੇਣਗੇ, ਕਮਿਸ਼ਨਰ ਸਾਹਿਬ IAS ਸਿਆਣੇ ਨੇ, ਐਸੀ ਕੋਈ ਗੱਲ ਨਹੀਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਪਰ ਇਸ ਬੰਦੇ ਨੂੰ ਡੱਕ ਕੇ ਨਹੀਂ ਮਾਰਨ ਦਿਆਂਗੇ ਸ਼ਹਿਰੀਆਂ ਦੇ ਪੈਸੇ ਤੇ। ਇਹ ਡਾਕੂ ਨੂੰ ਜੋ ਪੁਰਾਣੇ ਮੇਅਰਾਂ ਨੂੰ ਡਰਾਉਂਦਾ ਰਿਹਾ, ਮੈਂ ਡਰਨ ਵਾਲਾ ਨਹੀਂ, ਇਹ ਮੇਰੀ ਸ਼ਰਾਬ ਦਾ ਨਜਾਇਜ਼ ਫਾਇਦਾ। ਸ਼ਹਿਰੀਆਂ ਦੇ ਪੈਸੇ ਤੇ ਮੈਂ ਰਖਵਾਲਾ ਬਣ ਕੇ ਬੈਠਾ, ਮੈਂ ਲੁੱਟਣ ਇਸ ਡਾਕੂ ਨੂੰ ਨਹੀਂ ਦੇਵਾਂਗਾ। ਇਹਦੇ ਅੱਗੇ ਜਿਹੜੇ ਨਾਲ 2-4 ਇਹਦੇ ਰਲਿਆ ਉਹ ਡੱਕ। ਬਾਕੀ ਸਾਰੇ ਠੇਕੇਦਾਰਾਂ ਨੂੰ, ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਤੁਹਾਡੇ ਚੈਨਲ ਦੇ ਥਰੂ ਕਰਦਾ, ਕੰਮ ਕਰਨ। ਪੇਮੈਂਟ ਦੀ ਕੋਈ ਕਮੀ ਨਹੀਂ, ਇਮੀਡੀਏਟਲੀ ਪੇਮੈਂਟ ਦਾ, ਔਰ ਪੂਰੀ ਅਸੀਂ सख्ती ਨਾਲ इंक्वायरी करावांगे, कोई गलत शर्त बन नहीं देंगे। जाए दोनों बात करो। और देखिए अब हमने दोनों तरफ की जो वीडियो दिखाई है, नगर निगम के अधिकारियों ने क्या कहा, मेयर साहब ने क्या कहा और कंट्रैक्टर ने क्या कहा। तो आने वाले जो चुनाव हैं उसमें आप लोगों ने फैसला करना है और आप लोगों को जागरूक होना पड़ेगा। जब सड़कें बनती हैं तो उसमें आप लोगों ने किस तरह मटेरियल चेक करना है, या किस तरह, हमने कई बार कहा है कि बोर्ड लगना चाहिए सड़क के किनारे पर। ना तो नगर निगम के अधिकारियों ने कभी बोर्ड लगाया सड़क पर और ना कंट्रैक्टर ने। क्या बात है, इसमें माजरा क्या है कि ना नगर निगम के अधिकारी सड़क पर कंट्रैक्टर का बोर्ड लगाते हैं और ना ही जो कंट्रैक्टर हैं वो अपना नाम वगैरह लिखते हैं। सबसे बड़ी तो यही घपलेबाजी की जो हमें जो बदबू आ रही है इनके काम में, जो ये काम कर रहे हैं, अगर ये सच्चाई में है दोनों पार्टियां तो क्यों नहीं बोर्ड लगाते। आज लुधियाना में आधी से ज़्यादा सड़कें बन चुकी हैं, लेकिन ना नगर निगम अधिकारियों ने
जो B&R डिपार्टमेंट है कोई बोर्ड वगैरह लगाया है, और ना ही कंट्रैक्टर ने कोई बोर्ड लगाया है। आपके गली मोहल्लों में सड़कें बन गई, आपने देखा? तो ये चोर कौन है, कौन पैसा खाते हैं, ये तो आपने ही फैसला करना है। और हम आपको दिखाते रहते हैं, जागरूक करते रहते हैं। आप लोग जागरूक होंगे या नहीं होंगे, लेकिन हमने दोनों तरफ की जो वीडियो हमने शूट की हैं या हमें मिली हैं कहीं से, तो हमने आपको दिखा दिए हैं। फैसला आपने जनता ने करना है।